ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਜੀ, ਮੱਕੇ ਦਾ ਹੱਜ ਕਰਨ ਬਹੁਤ ਸਾਰੇ ਲੋਕ ਜਾਂਦੇ ਹਨ, ਆਪਾਂ ਵੀ ਚੱਲੀਏ। ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ, ਮੱਕਾ ਬਹੁਤ ਦੂਰ ਹੈ, ਰਸਤਾ ਵੀ ਬੜਾ ਬਿਖਰਾ ਹੈ, ਕਈ ਮਹੀਨੇ ਲੱਗ ਜਾਣਗੇ ਤੇ ਕਿਸੇ ਹਿੰਦੂ ਨੂੰ ਮੱਕੇ ਜਾਣ ਵੀ ਨਹੀਂ ਦਿੰਦੇ। ਮਰਦਾਨੇ ਨੇ ਗੁਰੂ ਸਾਹਿਬ ਜੀ ਨੂੰ ਕਿਹਾ, ਪਾਤਸ਼ਾਹ ਜੀ, ਤੁਹਾਡੇ ਲਈ ਤਾਂ ਇੱਕ ਪਲਕ ਝਮਕਣ ਜਿੰਨੇ ਸਮੇਂ ਜਿੰਨਾ ਰਸਤਾ ਹੈ, ਆਪ ਜੀ ਲਈ ਕੀ ਔਖਾ ਹੈ। ਉਸ ਤੋਂ ਬਾਅਦ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਮੱਕੇ ਜਾਣ ਵਾਲੇ ਹਾਜੀਆਂ ਵਿੱਚ ਜਾ ਵੜੇ। ਇਹਨਾਂ ਦਾ ਭੇਸ ਦੇਖ ਕੇ ਹਾਜੀ ਵਿਚਾਰਨ ਲੱਗੇ, ਭਾਈ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ। ਇੱਕ ਹਾਜੀ ਨੇ ਪੁੱਛ ਹੀ ਲਿਆ, ਤੁਸੀਂ ਮੁਸਲਮਾਨ ਹੋ ਜਾਂ ਹਿੰਦੂ ਹੋ? ਬਾਬੇ ਨਾਨਕ ਨੇ ਕਿਹਾ, ਭਾਈ ਅਸੀਂ ਰੱਬ ਦੇ ਫਕੀਰ ਹਾਂ। ਹਾਜੀ ਥੋੜੀ ਦੂਰ ਤੱਕ ਬਾਬਾ ਜੀ ਨੂੰ ਨਾਲ ਲੈ ਗਏ। ਅੱਗੇ ਜਾ ਕੇ ਕਹਿਣ ਲੱਗੇ, ਇੱਥੋਂ ਹਿੰਦੂਆਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ। ਗੁਰੂ ਜੀ ਉੱਥੇ ਹੀ ਰੁਕ ਗਏ। ਹਾਜੀ ਕਹਿਣ ਲੱਗੇ ਕਿ ਅੱਗੇ ਇੱਥੇ ਇੱਕ ਥਾਂ ਆਵੇਗੀ, ਉੱਥੇ ਹਿੰਦੂਆਂ ਨੂੰ ਮਾਰ ਦਿੰਦੇ ਹਨ। ਬਾਬਾ ਜੀ ਮਰਦਾਨੇ ਨੂੰ ਆਖਣ ਲੱਗੇ, ਮਰਦਾਨੇ, ਆਪਾਂ ਇੱਥੇ ਹੀ ਟਿਕਦੇ ਹਾਂ। ਬਾਬੇ ਨੇ ਮਰਦਾਨੇ ਨੂੰ ਕਿਹਾ, ਭਾਈ ਸ਼ਬਦ ਗਾਈਏ, ਗੁਰਬਾਣੀ ਦਾ ਕੀਰਤਨ ਕਰੀਏ। ਸ਼ਬਦ ਗਾਉਂਦੇ ਗਾਉਂਦੇ ਜਦੋਂ ਦਿਨ ਦਾ ਤੀਜਾ ਪਹਿਰ ਹੋ ਗਿਆ ਤਾਂ ਮਰਦਾਨੇ ਨੇ ਅੱਖਾਂ ਖੋਲੀਆਂ, ਅਰਦਾਸ ਕੀਤੀ, ਸ਼ਬਦ ਦਾ ਭੋਗ ਪਾਇਆ। ਗੁਰੂ ਨਾਨਕ ਸਾਹਿਬ ਨੇ ਕਿਹਾ, ਮਰਦਾਨਿਆ ਦੇਖ ਉਹ ਸਾਹਮਣੇ ਕੀ ਹੈ। ਮਰਦਾਨਾ ਕੀ ਵੇਖਦਾ ਹੈ ਕਿ ਮੱਕਾ ਨਜ਼ਰ ਆ ਰਿਹਾ ਹੈ। ਉੱਠ ਕਰ ਮਰਦਾਨਾ ਵੇਖਦਾ ਹੈ ਕਿ ਮੱਕੇ ਦੇ ਮਨਾਰੇ ਤੇ ਬੁਰਜ ਨਜ਼ਰ ਆ ਰਹੇ ਹਨ। ਮਰਦਾਨਾ ਹੈਰਾਨ ਸੀ ਕਿ ਅਸੀਂ ਮੱਕੇ ਦੇ ਨੇੜੇ ਪਹੁੰਚ ਗਏ ਹਾਂ। ਮੱਕੇ ਦੀਆਂ ਨਿਸ਼ਾਨੀਆਂ ਦਿਸ ਰਹੀਆਂ ਸਨ। ਮਰਦਾਨਾ ਬਾਬਾ ਜੀ ਨੂੰ ਕਹਿਣ ਲੱਗਾ, ਪਾਤਸ਼ਾਹ, ਜਿੱਥੇ ਆਪਾਂ ਬੈਠੇ ਸੀ ਉੱਥੋਂ ਮੱਕਾ ਕਈ ਦਿਨਾਂ ਦਾ ਰਸਤਾ ਸੀ। ਤੁਹਾਡੀ ਕਿਰਪਾ ਸਦਕੇ 3 ਪਹਿਰ ਵਿੱਚ ਹੀ ਪਹੁੰਚ ਗਏ ਹਾਂ। ਮੱਕੇ ਦੇ ਨੇੜੇ ਪਹੁੰਚ ਕੇ ਬਾਬੇ ਨੇ ਹਾਜੀਆਂ ਵਾਲੇ ਕੱਪੜੇ ਪਹਿਨ ਲਏ। ਗੁਰੂ ਜੀ ਮਰਦਾਨਾ ਨੂੰ ਕਹਿਣ ਲੱਗੇ, ਅਸੀਂ 1-2 ਗੱਲਾਂ ਮੱਕੇ ਦੇ ਕਾਜੀ ਰੁਕਨਦੀਨ ਨਾਲ ਕਰਨੀਆਂ ਹਨ ਤੇ ਕੁਝ ਨਸੀਹਤਾਂ ਮਦੀਨੇ ਦੇ ਪਾਤਸ਼ਾਹ ਕਾਰੂ ਨੂੰ ਵੀ ਦੇਣੀਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਸੀਤ ਵਿੱਚ ਜਾ ਬੈਠੇ। ਦਿਨ ਵੇਲੇ ਤੇ ਗੁਰੂ ਸਾਹਿਬ ਜੀ ਨੇ ਦਿਨ ਵੇਲੇ ਆਰਾਮ ਕੀਤਾ ਤੇ ਜਦੋਂ ਰਾਤ ਪਈ ਤਾਂ ਮੱਕੇ ਦੀ ਤਰਫ ਪੈਰ ਕਰਕੇ ਸੌਂ ਗਏ। ਤੜਕਸਾਰ ਜਦੋਂ ਮਸੀਤ ਦਾ ਸੇਵਾਦਾਰ ਸਫਾਈ ਕਰਨ ਲਈ ਮਸੀਤ ਵਿੱਚ ਆਇਆ ਤਾਂ ਕੀ ਵੇਖਦਾ ਹੈ ਤਾਂ ਇੱਕ ਹਾਜੀ ਮੱਕੇ ਦੀ ਤਰਫ ਲੱਤਾਂ ਪਸਾਰੀ ਪਿਆ ਹੈ। ਸੇਵਾਦਾਰ ਦਾ ਨਾਮ ਜੀਵਨ ਸੀ। ਸੇਵਾਦਾਰ ਜੀਵਨ ਨੇ ਬਹੁਤ ਹੀ ਗੁੱਸੇ ਨਾਲ ਗੁਰੂ ਜੀ ਨੂੰ ਕਿਹਾ, ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ? ਗੁਰੂ ਜੀ ਨੇ ਬੜੇ ਪਿਆਰ ਨਾਲ ਜੀਵਨ ਨੂੰ ਆਖਿਆ, ਮੈਂ ਥੱਕਿਆ ਹੋਇਆ ਪਰਦੇਸੀ ਹਾਂ, ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ, ਮੇਰੇ ਪੈਰ ਉਸ ਪਾਸੇ ਕਰ ਦਿਓ। ਜੀਵਨ ਨੇ ਕ੍ਰੋਧ ਵਿੱਚ ਆ ਕੇ ਗੁਰੂ ਜੀ ਦੇ ਪੈਰ ਫੜ ਕੇ ਉਸ ਪਾਸੇ ਵੱਲ ਪੈਰ ਕਰ ਦਿੱਤੇ ਜਿੱਧਰ ਕਾਬਾ ਨਹੀਂ ਸੀ। ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੂੰ ਉਸ ਪਾਸੇ ਵੀ ਕਾਬਾ ਹੀ ਨਜ਼ਰੀ ਪਿਆ। ਫਿਰ ਗੁਰੂ ਜੀ ਦੇ ਪੈਰ ਕਿਸੇ ਹੋਰ ਪਾਸੇ ਵੱਲ ਕੀਤੇ ਤਾਂ ਉਧਰ ਵੀ ਕਾਬਾ ਦਿਸਣ ਲੱਗਾ। ਜੀਵਨ ਨੇ ਹੈਰਾਨ ਹੋ ਕੇ ਇਹ ਗੱਲ ਹੋਰ ਹਾਜੀਆਂ ਨੂੰ ਵੀ ਦੱਸੀ ਤੇ ਫਿਰ ਉਹ ਸਾਰੇ ਹੈਰਾਨ ਹੋ ਕੇ ਗੁਰੂ ਜੀ ਦੇ ਦੁਆਲੇ ਇਕੱਠੇ ਹੋ ਗਏ। ਗੁਰੂ ਜੀ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੇ ਬਚਨ ਭੁੱਲ ਗਏ ਹੋ। ਜਿੱਧਰ ਵੀ ਤੁਸੀਂ ਮੂੰਹ ਕਰੋਗੇ ਅੱਲਾਹ ਉਸ ਪਾਸੇ ਹੀ ਹੋਵੇਗਾ, ਕਿਉਂਕਿ ਉਹ ਸਰਬ ਸ਼ਕਤੀਮਾਨ ਤੇ ਸਰਬ ਵਿਆਪਕ ਹੈ। ਅਗਲੀ ਸਵੇਰ ਮਖਦੂਮ ਰੁਕਨਦੀਨ ਦੀ ਅਗਵਾਈ ਵਿੱਚ ਬਹੁਤ ਸਾਰੇ ਹਾਜੀ ਗੁਰੂ ਜੀ ਦੁਆਲੇ ਆਣ ਜੁੜੇ। ਕਾਫੀ ਲੰਮੀ ਚਰਚਾ ਹੋਈ। ਰੁਕਨਦੀਨ ਨੇ ਗੁਰੂ ਜੀ ਨੂੰ ਪੁੱਛਿਆ, ਹਿੰਦੂ ਵੱਡਾ ਹੈ ਜਾਂ ਮੁਸਲਮਾਨ? ਗੁਰੂ ਜੀ ਨੇ 2 ਟੁਕ ਜਵਾਬ ਦਿੰਦਿਆਂ ਆਖਿਆ, ਹਿੰਦੂ ਜਾਂ ਮੁਸਲਮਾਨ ਹੋਣ ਨਾਲ ਕੋਈ ਵੀ ਬੰਦਾ ਵੱਡਾ ਜਾਂ ਛੋਟਾ, ਮਾੜਾ ਜਾਂ ਚੰਗਾ, ਅਮੀਰ ਜਾਂ ਗਰੀਬ ਨਹੀਂ ਹੋ ਜਾਂਦਾ। ਚੰਗੇ ਜਾਂ ਮਾੜੇ ਕੰਮ ਕਰਨ ਨਾਲ ਹੀ ਬੰਦਾ ਚੰਗਾ ਜਾਂ ਮਾੜਾ ਹੁੰਦਾ ਹੈ। ਮਰਨ ਉਪਰੰਤ ਚੰਗੇ ਜਾਂ ਮੰਦੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ। ਮੰਦੇ ਕੰਮਾਂ ਦਾ ਫਲ ਕੋਈ ਨਬੀ, ਰਸੂਲ ਜਾਂ ਕੋਈ ਹੋਰ ਵਿਚੋਲਾ ਨਹੀਂ ਟਾਲ ਸਕਦਾ, ਕਿਉਂਕਿ ਅੱਲਾ ਦੇ ਘਰ ਸਿਫਾਰਸ਼ਾਂ ਨਹੀਂ ਚੱਲਦੀਆਂ, ਉੱਥੇ ਕਰਮ ਅਨੁਸਾਰ ਨਬੇੜੇ ਹੁੰਦੇ ਹਨ। ਸਭ ਦੀ ਨਿਸ਼ਾ ਹੋ ਗਈ।
ਗੁਰੂ ਜੀ ਨੇ ਰੁਕਨਦੀਨ ਨੂੰ 5 ਉਪਦੇਸ਼ ਦਿੱਤੇ। ਅੱਲਾ ਦੀ ਬੰਦਗੀ, ਸੱਚ ਨੂੰ ਪੱਲੇ ਬੰਨਣਾ, ਕਿਰਤ ਕਰਨੀ, ਵੰਡ ਛਕਣਾ ਤੇ ਦਸਵੰਧ ਕੱਢਣਾ, ਤੇ ਆਖਿਆ ਇਹਨਾਂ ਉੱਤੇ ਅਮਲ ਕਰੋਗੇ ਤਾਂ ਅੱਲਾ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹ ਜਾਓਗੇ। ਰੁਕਨਦੀਨ ਤਾਂ ਗੁਰੂ ਜੀ ਦੇ ਚਰਨੀ ਟੱਠਾ। ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ, ਇਸ ਮੁਲਾਕਾਤ ਦੀ ਕੋਈ ਨਿਸ਼ਾਨੀ ਬਖਸ਼ੋ ਜੀ। ਗੁਰੂ ਜੀ ਨੇ ਆਪਣੀਆਂ ਖੜਾਵਾਂ ਦੇ ਦਿੱਤੀਆਂ, ਜੋ ਨਿਸ਼ਾਨੀ ਵਜੋਂ ਉਸ ਦੀ ਔਲਾਦ ਬਹਾਵਲਪੁਰ ਦੇ ਉੱਚ ਦੇ ਪੀਰਾਂ ਪਾਸ ਬੜੇ ਪਿਆਰ ਨਾਲ ਸੰਭਾਲ ਕੇ ਰੱਖੀ ਦੱਸੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ